ਮਾਤਾ ਦੇ ਵੀ ਮੰਦਿਰ ਜਾਂਦੇ ਹੋਵੋਗੇ, ਪੀਰਖਾਨੇ ਵੀ ਜਾਂਦੇ ਹੋ? ਮੈਂ ਕਿਹਾ ਹਾਂ ਅਸੀਂ ਤਾਂ ਜਾਂਦੇ ਤਾਂ ਹਾਂ। ਕਹਿੰਦੇ ਉੱਥੇ ਤੇਰਾ ਕੀ ਹੋਇਆ? ਬਟ ਮੈਂ ਕਿਹਾ ਕੁਛ ਵੀ ਨਹੀਂ। ਅੱਜ ਤੱਕ ਤਾਂ ਮੇਰੀ ਮੈਰਿਜ ਨੂੰ 10 ਸਾਲ ਹੋ ਗਏ, ਮੈਂ ਇਹ ਸਟਰਗਲ 'ਚ ਚੱਲੀ ਜਾ ਰਹੀ ਹਾਂ, ਮੇਰਾ ਕੁਛ ਵੀ ਨਹੀਂ ਹੋਇਆ। ਬ੍ਰਦਰ ਜੀ ਮੈਂ ਉਹਨਾਂ ਨੂੰ ਅੱਕ ਕੇ ਮਤਲਬ ਸਮਝੋ, ਮੈਂ ਸਾਰਾ ਸਟਰਗਲ ਕਰਨ ਤੋਂ ਬਾਅਦ ਮੈਂ ਉਹਨਾਂ ਨੂੰ ਖੁਦ ਕਿਹਾ, ਰਾਜਵਿੰਦਰ ਸਿਸਟਰ ਨੂੰ, ਕਿ ਸਿਸਟਰ ਮੈਨੂੰ ਮਸੀਹ ਚ ਲਓ, ਮੈਂ ਵਚਨ ਕਲੀਮ ਕਰਨੀ ਹੈ। ਫਿਰ ਮੇਰੀ ਸਿਸਟਰ ਵੀਰਪਾਲ ਜੀ ਨਾਲ ਗੱਲ ਕਰਾਈ। ਇਹਨਾਂ ਤੋਂ ਬਾਅਦ ਬ੍ਰਦਰ ਜੀ ਮੇਰੀ ਤੁਹਾਡੇ ਨਾਲ ਗੱਲ ਹੋਈ। ਤੁਹਾਡੇ ਨਾਲ ਗੱਲ ਹੁੰਦੇ ਹੀ ਮੈਂ ਜਦੋਂ ਵਚਨ ਕਲੀਮ ਕਰਨ ਲੱਗੀ, ਤੁਹਾਡੇ ਨਾਲ ਮੀਟਿੰਗ ਅਟੈਂਡ ਕੀਤੀ, ਜੂਮ ਤੇ ਆਈ, ਤਾਂ ਜੋ ਮੈਨੂੰ ਅੱਜ 7 ਮੰਥ ਹੋ ਗਏ ਆ ਤੁਹਾਡੇ ਨਾਲ ਜੁੜਿਆ, ਮਸੀਹ ਚ ਆਉਂਦੇ ਆ। ਠੀਕ ਹੈ, ਮੈਂ ਜੂਮ ਤੇ ਮੀਟਿੰਗ ਅਟੈਂਡ ਨਹੀਂ ਕਰ ਪਾਉਂਦੀ, ਫੈਮਿਲੀ ਪ੍ਰੋਬਲਮ, ਮੇਰਾ ਮਸੀਹ ਚ ਕੋਈ ਨਹੀਂ ਹੈ ਮੇਰੇ ਤੋਂ ਬਿਨਾਂ। ਤੇ ਮੇਰੀ ਹੌਲੀ ਹੌਲੀ ਸਾਰੀਆਂ ਪ੍ਰੋਬਲਮ ਸੋਲਵ ਹੁੰਦੀਆਂ ਗਈਆਂ। ਮੈਨੂੰ ਵਿਰਪਾ ਸਿਸਟਰ ਨੇ ਤੇ ਤੁਸੀਂ ਕਿਹਾ ਕਿ ਤੁਸੀਂ ਜੌਬ ਲਈ ਜਾਓ, ਮੈਂ ਕਿਹਾ ਮੈਨੂੰ 6 ਆਵਰ ਜੌਬ ਨਹੀਂ ਮਿਲਦੀ। ਤੁਸੀਂ ਪ੍ਰੇ ਕੀਤੀ, ਸਿਸਟਰ ਵੀਰਪਾਲ ਜੀ ਨੇ ਕੀਤੀ, ਤੇ ਮੈਨੂੰ ਕਹਿੰਦੇ ਨਹੀਂ ਤੁਸੀਂ ਇੱਕ ਵਾਰ ਟਰਾਈ ਤੇ ਕਰੋ ਬ੍ਰਦਰ ਜੀ। ਬਟ ਮੈਂ 2 ਜਗ੍ਹਾ ਟਰਾਈ ਕੀਤਾ, ਮੈਨੂੰ 6 ਆਵਰ, ਮੈਨੂੰ 6 ਘੰਟੇ ਦੀ ਡਿਊਟੀ ਮਿਲ ਗਈ। ਜਿੰਨੀ ਸੈਲਰੀ ਹੋਰ ਸਟਾਫ ਨੂੰ 8 ਤੋਂ 6 ਤੱਕ ਮਿਲਦੀ ਸੀ, ਮੈਨੂੰ 8 ਤੋਂ 3 ਵਜੇ ਤੱਕ ਮੈਨੂੰ ਉਹ ਸੈਲਰੀ ਮਿਲੀ। ਮੈਨੂੰ ਮਤਲਬ ਤੇ ਹੋਰ ਬ੍ਰਦਰ ਜੀ ਏਦਾਂ ਵੀ ਮੈਨੂੰ ਜਿਹੜੇ ਮੇਰੇ ਹਸਬੈਂਡ ਤੋਂ ਸਾਡੀ ਸਾਰੇ ਦੋਨਾਂ ਜਣਿਆਂ ਦੀ ਇੰਨੀ ਜ਼ਿਆਦਾ ਲੜਾਈ ਰਹਿੰਦੀ ਸੀ ਕਿ ਮੇਰੇ ਘਰ ਜ਼ਮੀਨ ਦਾ ਜਿਹੜਾ ਠੇਕਾ ਉਹ ਵੀ ਆਇਆ, ਇਸ ਵਾਰ ਉਹ ਵੀ ਆ ਚੁੱਕਿਆ ਜੀ। ਆਪਾਂ ਪਿਛਲੇ ਵੀਕ ਹੀ ਪ੍ਰੇ ਲਈ ਕੀਤੀ ਸੀ, ਪ੍ਰੇ ਸ਼ੁਕਰਗੁਜ਼ਾਰੀ ਦੀ ਬ੍ਰਦਰ ਜੀ। ਤੇ ਇਸ ਵਾਰ ਉਹਨਾਂ ਨੇ 10 ਸਾਲਾਂ ਚ ਬ੍ਰਦਰ ਜੀ ਕੋਈ ਚੀਜ਼ ਘਰ ਨਹੀਂ ਆਈ ਸੀ, ਬਟ 10 ਸਾਲਾਂ ਚ ਮੇਰੇ ਘਰ ਮਤਲਬ ਪਿਛਲੇ ਮੰਡੇ, ਨੈਕਸਟ ਮੰਡੇ, ਆਹ ਮੰਡੇ ਜਿਹੜਾ ਲੰਘ ਕੇ ਗਿਆ, ਮੇਰੇ ਘਰ ਸੋਫਾ ਸੈੱਟ ਵੀ ਆਏ। 14,000 ਦਾ ਮੈਂ ਸੋਫਾ ਸੈੱਟ ਖਰੀਦਿਆ। 10 ਸਾਲਾਂ ਬ੍ਰਦਰ, ਮੈਨੂੰ ਖੁਦ ਨੂੰ ਯਕੀਨ ਨਹੀਂ ਆ ਰਿਹਾ ਬ੍ਰਦਰ ਜੀ। ਮੈਂ ਸਿਸਟਰ ਵੀਰਪਾਲ ਸਿੰਘ ਮੇਰੇ ਬ੍ਰਦਰ ਤੱਕ ਜਰੂਰ ਮੇਰਾ ਮੈਸੇਜ ਕਨਵੇ ਕਰਿਓ ਕਿ ਮੇਰੇ ਘਰ ਸੋਫਾ ਸੈੱਟ ਹੈ 10 ਸਾਲਾਂ ਬਾਅਦ। ਆਮੀਨ, ਪ੍ਰੇਜ਼ ਦ ਲਾਰਡ। ਮੈਂ ਯਿਸੂ ਮਸੀਹ ਜੀ ਦਾ, ਤੁਹਾਡਾ ਬ੍ਰਦਰ ਜੀ, ਸਿਸਟਰ ਵੀਰਪਾਲ ਦਾ, ਸਿਸਟਰ ਰਾਜਵਿੰਦਰ ਜੀ ਦਾ ਬਹੁਤ ਹੀ ਥੈਂਕਸ ਕਰਦੀ ਹਾਂ, ਤੇ ਮੇਰੇ ਪੂਰੇ ਗਰੁੱਪ ਦਾ ਜਿਨ੍ਹਾਂ ਨੇ ਮੇਰੇ ਲਈ ਰੋਜ਼ਾ ਰੱਖਿਆ। ਮੈਂ ਸਾਰਿਆਂ ਲਈ ਕਹਿੰਦੀ ਹਾਂ ਕਿ ਸਾਰਿਆਂ ਨੂੰ ਪਰਮੇਸ਼ਰ ਉਹਨਾਂ ਨੂੰ ਬਰਕਤ ਅੱਗੇ ਵਧਾਵੇ, ਉਹਨਾਂ ਨੂੰ ਮਤਲਬ ਤੰਦਰੁਸਤੀ ਬਖਸ਼ੇ। ਆਮੀਨ ਆਮੀਨ, ਵੀ ਰਿਸੀਵ ਇਟ ਇਨ ਦ ਮਾਈਟੀ ਨੇਮ ਆਫ जीसस। बेटा ਤੁਸੀਂ आत्मिक तौर पे, शारीरिक तौर पे, माली तौर पे बढ़ते जाओ। मैं अक्सर जिक्र करता होता था कि एक बेटी आएगी जिसके जब वो बोलती है ना तो मुझे ये महसूस होता है कि शायद मैं इतना खुदा से प्यार नहीं करता। ये वो बेटी है। 10 साल वो खुद बता रही है, और ये खुदावंद का शुक्र है कि जब हम खुदावंद के नाम को जला लेते हैं, क्योंकि खुदावंद ने सब कुछ किया, यीशु ने सब कुछ किया, हमने कुछ नहीं किया। हमारा काम सिर्फ रास्ता दिखाना है, चलना आपका काम होता है। ये बेटी वो है जिसने कहा मैं वचन नहीं छोड़ूंगी, मैं यीशु को नहीं छोड़ूंगी, जो मर्जी हो जाए, भावे जीवन रहिंदा है तो भावे नहीं रहिंदा। और इस बेटी ने वही किया जो मैं कहता हूं कि भाई फोकस प्रॉब्लम पे नहीं रखना, फोकस यीशु पे रखना है। और इस बेटी ने ना दाएं देखा है ना बाएं देखा है। वो जो कहते थे कि जनाब हम आपको एक चवानी भी नहीं लैन देवांगे, 10 सालों में शादी होगी और 10 सालों में पहली बार जमीन ठेके पे देते, और उसका ठेका 10 सालों में कभी घर नहीं आया, पहली बार घर आया। क्या हमने किया? नहीं, यीशु ने किया। और इस बेटी के ईमान ने उसके साथ किया, हमने मिलकर मांगा है। 10 सालों में कभी हस्बैंड बाहर खाने पे नहीं लेके गया, खाने पे लेकर गया। 10 सालों में पहली बार घर में फर्नीचर आया। दिस इज अमेजिंग। किसने किया है? कलाम ने, यीशु के द्वारा। और इस बेटी ने किसी भी सिचुएशन में, बड़ी टफ सिचुएशंस देखी है इसने, शॉर्ट टाइम में बता रहा हूं, टफ सिचुएशंस देखी है, लेकिन किसी सिचुएशन में इसने कहा मैं हार नहीं मानूंगी, जो मर्जी हो जाए मैं यीशु को नहीं छोड़ना। मैंने अगोरी भी फेल हो गए, अगोरी भी फेल हो गए हैं, क्योंकि पाक रूह की शक्ति, पाक रूह की कुवत इस बेटी के साथ काम करती है, क्योंकि ये विश्वास में बनी हुई है। और खुदा के रूह ने जैसे जैसे गाइड किया वैसे वैसे हो। आज वो लोग जो इसको बातें करते थे और बुरा भला कहते थे, आज वो चारपाई पे बैठे हुए हैं, लेटे हुए हैं। बेसिकली उठना औखा होया है, देखना भी औखा होया है। इस बेटी का ईमान है, उसने कलाम नहीं छोड़ा, वचन नहीं छोड़ा। मैं इसलिए बताता हूं भाई, फोकस यीशु पे रखना है, कलाम पे रखना है, प्रॉब्लम पे नहीं रखना।
किसी ने क्या कह दिया, किसी ने क्यों कह दिया, किस तरह कह दिया, भाई कोई भी कर्ज करता रहे, कोई भी लानत देता रहे, गॉड्स पीपल्स आर नॉट फॉर सेल। खुदा के लोग सस्ते नहीं है। मैं इतना सीना चौड़ा करके कहता होता हूं, किसी ने जो कहना कहता रहे, मुझे आई डोंट केयर, मुझे कोई फर्क नहीं पड़ता। मैं तो देखना भी नहीं चाहूंगा कि ऐसे शख्स को मुझे कह रहा है, कोई बात नहीं कहने दो। हाँ, मैं उसे बरकत देना जरूर चाहूंगा। खुदावंद खुदा इस पे आपका प्रकाश प्रकट हो, इस पे आपका नूर चमके, ये आपको पहचान जाए, ये मैं जरूर कहूंगा। लेकिन अगर आपका फोकस प्रॉब्लम पर है, विपदा पर है, आप यकीन माने आप नहीं निकल सकते हैं। जितना मर्जी कलाम पढ़ ले, जितने मर्जी रोजे रख ले, जितनी मर्जी दुआएं कर ले, फोकस ही जिस जो मालिक है उस पर ध्यान ही नहीं है, जिसने करना है सब कुछ, और फोकस ही आपकी प्रॉब्लम्स पे है, तो आप क्या करेंगे? कुछ नहीं। झगड़ों पे फोकस है आपका, विपदा पे फोकस है नहीं, यीशु पे फोकस रखें।